ਪ੍ਰਾਰਥਨਾ ਲੇਖ ਡਾਕਟਰ ਬਲਵੀਰ ਸਿੰਘ ਦੁਆਰਾ ਲਿਖਿਆ ਗਿਆ ਹੈ। ਇਸ ਲੇਖ ਵਿੱਚ ਲੇਖਕ ਨੇ ਸਾਨੂੰ ਅਰਦਾਸ ਦੇ ਅਰਥ ਦੱਸ ਕੇ ਅਰਦਾਸ ਦੀ ਮਹੱਤਤਾ ਬਾਰੇ ਦੱਸਿਆ ਕਿ ਅਰਦਾਸ ਸਭ ਧਰਮਾਂ ਦਾ ਪ੍ਰਮੁੱਖ ਅੰਗ ਹੈ। ਸਿੱਖ ਧਰਮ ਦੇ ਵਿੱਚ ਅਰਦਾਸ ਦਾ ਵਿਸ਼ੇਸ਼ ਸਥਾਨ ਹੈ। ਅਰਦਾਸ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਆਪਣੇ ਨਿੱਜ ਸਵਾਰਥ ਤੋਂ ਉੱਠ ਕੇ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ। ਅਰਦਾਸ ਸਾਡੀ ਜ਼ਿੰਦਗੀ ਨੂੰ ਸਵਾਰ ਦਿੰਦੀ ਹੈ ਅਤੇ ਕਦੇ ਵੀ ਸਾਨੂੰ ਕਿਸੇ ਦੇ ਮਗਰ ਲੱਗ ਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਅਰਦਾਸ ਵਿਅਰਥ ਜਾਂਦੀ ਹੈ। ਤਾਂ ਉਸ ਤੋਂ ਅੱਗੇ ਸਾਰ ਸ਼ੁਰੂ ਹੋ ਜਾਂਦਾ ਹੈ। ਇਹ ਡਾਕਟਰ ਬਲਵੀਰ ਸਿੰਘ ਦੁਆਰਾ ਲਿਖਿਆ ਗਿਆ ਲੇਖ, ਇਸ ਵਿੱਚ ਦੱਸਿਆ ਗਿਆ ਹੈ ਕਿ ਅਰਦਾਸ ਮਨੁੱਖ ਲਈ ਬਹੁਤ ਜ਼ਰੂਰੀ ਹੈ। ਅਰਦਾਸ ਔਖੇ ਸੌਖੇ ਵੇਲੇ ਕੀਤੀ ਜਾਂਦੀ ਹੈ। ਅਰਦਾਸ ਸਾਡੇ ਲਈ ਸੁੱਖ ਦਾ ਸਾਧਨ ਹੈ। ਕੋਈ ਕਿੱਡੇ ਤੋਂ ਵੱਡਾ ਅਮੀਰ ਵਿਅਕਤੀ ਹੋਵੇ ਜਾਂ ਰਾਠ ਵਿਅਕਤੀ ਹੋਵੇ, ਉਹ ਵੀ ਇੱਕ ਦਿਨ ਅਰਦਾਸ ਕਰਨ ਲਈ ਮਜਬੂਰ ਹੋ ਜਾਂਦਾ। ਇੱਥੋਂ ਤੱਕ ਕਿ ਸਕਰਾਤ, ਜਿਸ ਨੂੰ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਫਿਲਾਸਫਰ ਗਿਣਿਆ ਜਾਂਦਾ ਹੈ, ਜਿਸ ਨੇ ਦੇਸ਼ ਪਿਆਰ ਦੀ ਖਾਤਰ ਜ਼ਹਿਰ ਦਾ ਪਿਆਲਾ ਪੀ ਲਿਆ ਸੀ, ਉਹ ਵੀ ਅਰਦਾਸ ਦਾ ਕਾਇਲ ਸੀ। ਸਿੱਖ ਧਰਮ ਵਿੱਚ ਅਰਦਾਸ ਦੀ ਵਿਸ਼ੇਸ਼ ਮਹੱਤਤਾ ਹੈ। ਸਿੱਖ ਦਾ ਕੋਈ ਵੀ ਕੰਮ ਅਰਦਾਸ ਤੋਂ ਬਿਨਾਂ ਸ਼ੁਰੂ ਨਹੀਂ ਹੁੰਦਾ। ਅਰਦਾਸ ਜਨਮ ਵੇਲੇ, ਮਰਨ ਵੇਲੇ, ਵਿਆਹ ਦੇ ਮੌਕੇ ਵੇਲੇ ਕੀਤੀ ਜਾਂਦੀ ਹੈ। ਭਾਈ ਵੀਰ ਸਿੰਘ ਨੇ 1893 ਈਸਵੀ ਵਿੱਚ ਖਾਲਸਾ ਟਰੈਕਟ ਸੁਸਾਇਟੀ ਲਈ ਜੋ ਪਹਿਲਾ ਟਰੈਕਟ ਛਾਪਿਆ ਸੀ, ਉਸ ਦਾ ਨਾਮ ਪ੍ਰਾਰਥਨਾ ਸੀ। ਕਈ ਲੋਕਾਂ ਦੇ ਮਨ ਵਿੱਚ ਜਾਂ ਕਈ ਵਿਦਿਆਰਥੀਆਂ ਦੇ ਮਨ ਵਿੱਚ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਅਰਦਾਸ ਸੁਣੀ ਜਾਂਦੀ ਹੈ? ਕੀ ਅਰਦਾਸ ਦਾ ਉੱਤਰ ਮਿਲਦਾ ਹੈ? ਤਾਂ ਅਰਦਾਸ ਦਾ ਕੋਈ ਵੀ ਉੱਤਰ ਹੈ ਜਿਹੜਾ ਉਹ ਨਹੀਂ ਮਿਲਦਾ। ਅਰਦਾਸ ਦਾ ਜੇ ਉੱਤਰ ਮਿਲ ਜਾਵੇ ਤਾਂ ਉਹ ਖਦੋ ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ। ਜੋ ਸਿੱਖ ਦੇ ਲਈ ਅਰਦਾਸ ਹੈ ਉਹਦੇ ਆਪਦੇ ਸਵਾਰਥ ਵਾਸਤੇ ਨਹੀਂ ਹੁੰਦੀ। ਸਿੱਖ ਇੱਕ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ। ਸਿੱਖ ਲਈ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ। ਅਰਦਾਸ ਦੇ ਦੁਆਰਾ ਹੀ ਸਰਬੱਤ ਦੇ ਭਲੇ ਦੇ ਵਿੱਚ ਲੀਨ ਹੁੰਦਿਆਂ ਅਸੀਂ ਆਪਣੇ ਸਾਰੇ ਜਿਹੜੇ ਗੁਨਾਹ ਹੈ ਉਹ ਪਰਮਾਤਮਾ ਤੋਂ ਬਖਸ਼ਾ ਸਕਦੇ ਹਾਂ। ਅਰਦਾਸ ਦੁਆਰਾ ਹੀ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਪਰਿਵਰਤਨ ਆਉਂਦਾ। ਉਸ ਦੇ ਸਾਰੇ ਜਿਹੜੇ ਗੁਨਾਹ ਉਹ ਬਖਸ਼ੇ ਜਾਂਦੇ ਹੈ। ਉਸ ਦਾ ਸੁਭਾਅ ਚੰਗਾ ਬਣਦਾ ਹੈ। ਜਦੋਂ ਉਸ ਦੇ ਸੁਭਾਅ ਦੇ ਵਿੱਚ ਚੇਂਜ ਆਉਂਦੀ ਹੈ, ਤਬਦੀਲੀ ਆਉਂਦੀ ਹੈ, ਤਾਂ ਉਹ ਇੱਕ ਅੱਛਾ ਇਨਸਾਨ ਬਣ ਜਾਂਦਾ ਹੈ ਅਤੇ ਇੱਕ ਅਵਸਥਾ ਨੂੰ ਪ੍ਰਾਪਤ ਕਰ ਜਾਂਦਾ ਹੈ। ਤਾਂ ਇਸ ਲੇਖ ਦੇ ਵਿੱਚ ਜਿਵੇਂ ਇੱਕ ਕੈਦੀ ਬਾਰੇ ਅਸੀਂ ਉਦਾਹਰਨ ਦੇ ਕੇ ਲੇਖਕ ਨੇ ਸਾਨੂੰ ਸਮਝਾਇਆ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਦੇ ਲੜ ਜਦੋਂ ਉਹ ਲੱਗਦਾ ਹੈ, ਇੱਕ ਧਾੜਵੀ ਤੋਂ ਚੰਗਾ ਇਨਸਾਨ ਬਣ ਜਾਂਦਾ ਹੈ ਅਤੇ ਉਸ ਦੀ ਜਿਹੜੀ ਕੈਦ ਹੈ ਉਹ ਵੀ ਮਾਫ ਹੋ ਜਾਂਦੀ ਹੈ। ਤਾਂ ਇਨਸਾਨ ਨੂੰ ਹਰ ਵੇਲੇ ਪਰਮਾਤਮਾ ਦੇ ਅੱਗੇ ਹੈ ਜੋ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਅਰਦਾਸ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਅਰਦਾਸ ਸਾਡੇ ਮਨ ਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਹੈ। ਅਰਦਾਸ ਪਰਮਾਤਮਾ ਦੇ ਨਾਲ ਜੁੜਨ ਦਾ ਇੱਕ ਸਾਧਨ ਹੈ। ਪਰਮਾਤਮਾ ਸਾਡੇ ਨਾਲ ਪ੍ਰੇਮ ਕਰਦਾ ਹੈ। ਬਸ ਉਸ ਨੂੰ ਪ੍ਰੇਮ ਨੂੰ ਹਾਸਲ ਕਰਨ ਲਈ ਜਿਹੜੀ ਇੱਕ ਅਰਦਾਸ ਹੈ, ਇਹ ਹੀ ਇੱਕ ਸਾਧਨ ਹੈ। ਮਨੁੱਖ ਨੂੰ ਹਮੇਸ਼ਾ ਅਰਦਾਸ ਕਰਕੇ ਆਪਣੇ ਆਪ ਨੂੰ ਸੁਧਾਰ ਕੇ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ। ਲੇਖ ਦੇ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਰਮਾਤਮਾ ਉੱਤੇ ਪੂਰਾ ਭਰੋਸਾ ਕਰਨਾ ਅਤੇ ਸੱਚੇ ਦਿਲੋਂ ਕੀਤੀ ਅਰਦਾਸ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਾਨੂੰ ਕਦੇ ਵੀ ਇਨਸਾਨ ਕੋਈ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਮਿਲਦਾ ਜਿਹੜਾ ਸਾਨੂੰ ਕਹਿੰਦਾ ਵੀ ਅਰਦਾਸ ਵਿਅਰਥ ਜਾਂਦੀ ਹੈ, ਉਸ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਇਸ ਲੇਖ ਦੇ ਵਿੱਚ ਲੇਖਕ ਨੇ
ਅਰਦਾਸ ਦੀ ਮਹੱਤਤਾ ਦੱਸ ਕੇ, ਸਾਨੂੰ ਅਰਦਾਸ ਦੇ ਸਾਰੇ ਅਰਥ ਸਮਝਾ ਕੇ ਅਖੀਰ ਦੇ ਵਿੱਚ ਇਹੀ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੇ ਆਪ ਨੂੰ ਸ਼ੁੱਧ ਕਰਕੇ ਇੱਕ ਚੰਗੇ ਇਨਸਾਨ ਬਣ ਕੇ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ, ਤਾਂ ਜੋ ਅਸੀਂ ਸਮਾਜ ਦਾ ਭਲਾ ਕਰ ਸਕੀਏ ਅਤੇ ਸਮਾਜ ਦੇ ਵਿੱਚ ਆਪਣਾ ਬਹੁਤ ਚੰਗੀ ਤਰ੍ਹਾਂ ਜੀਵਨ ਨੂੰ ਜਿਉ ਸਕੀਏ, ਇੱਕ ਚੰਗੇ ਇਨਸਾਨ ਬਣ ਸਕੀਏ। ਲੇਖਕ ਦਾ ਲਿਖਣ ਦਾ ਮੰਤਵ ਇਹ ਹੈ ਅਰਦਾਸ ਦੇ ਅਰਥ ਸਮਝਾਉਣਾ, ਅਤੇ ਨਾਲ ਸਾਨੂੰ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਲਾਗੂ ਵੀ ਕਰਨਾ ਚਾਹੀਦਾ ਹੈ। ਪਰਮਾਤਮਾ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਡੀ ਕੀਤੀ ਹੋਈ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ। ਅਤੇ ਇਸ ਤੋਂ ਅੱਗੇ ਆ ਗਏ ਪਿਆਰੇ ਵਿਦਿਆਰਥੀਓ ਇਸ ਦੇ ਲੇਖ ਦੇ ਪ੍ਰਸ਼ਨ ਉੱਤਰ। ਹੁਣ ਸਭ ਤੋਂ ਪਹਿਲਾ ਜੋ ਪ੍ਰਸ਼ਨ ਹੈ ਉਹ ਸਾਨੂੰ ਪੁੱਛਿਆ ਗਿਆ ਹੈ, ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ। ਹੁਣ ਤੁਹਾਨੂੰ ਬਹੁਤ ਸਾਰੇ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਆਪਣੇ ਆਪ ਹੀ ਪ੍ਰਸ਼ਨ ਆ ਗਿਆ, ਕਿਉਂਕਿ ਜਦੋਂ ਹੁਣ ਤੁਸੀਂ ਉਹਨੂੰ ਪੜ੍ਹੋਗੇ ਫਿਰ ਤੁਹਾਨੂੰ ਸਮਝਾਇਆ ਗਿਆ ਤਾਂ ਕਦੋਂ ਕੀਤੀ ਜਾਂਦੀ ਹੈ ਅਰਦਾਸ। ਅਰਦਾਸ ਹੈ ਜਿਹੜੀ ਉਹ ਹਰ ਵੇਲੇ ਕੀਤੀ ਜਾਂਦੀ ਹੈ, ਜਿਵੇਂ ਹਰ ਸੰਸਾਰਕ ਮੌਕੇ 'ਤੇ ਜਨਮ, ਵਿਆਹ, ਮਰਨ 'ਤੇ ਅਰਦਾਸ ਕੀਤੀ ਜਾਂਦੀ ਹੈ। ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਅਸੀਂ ਪਰਮਾਤਮਾ ਦਾ ਆਸਰਾ ਲੈਂਦੇ ਹਾਂ ਕਿ ਜੋ ਸਾਡਾ ਕੰਮ ਆ ਉਹ ਆਸਾਨੀ ਨਾਲ ਹੋ ਸਕੇ, ਸਾਡੀਆਂ ਜਿਹੜੀਆਂ ਖੁਸ਼ੀਆਂ ਵੱਧਦੀਆਂ ਰਹਿਣ, ਸਾਨੂੰ ਭਾਣਾ ਮੰਨਣ ਦੀ ਤਾਕਤ ਮਿਲੇ, ਜਿੱਤ ਹਾਸਲ ਹੋਵੇ, ਤਾਂ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਮਹਿਸੂਸ ਕੀਤਾ ਜਾ ਸਕੇ। ਇਸ ਕਰਕੇ ਅਸੀਂ ਅਰਦਾਸ ਕਰਦੇ ਹਾਂ। ਨੰਬਰ 2 'ਤੇ ਪ੍ਰਸ਼ਨ ਆ ਗਿਆ, ਪ੍ਰਸਿੱਧ ਲੇਖਕ ਆਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ। ਹੁਣ ਪਿਆਰੇ ਵਿਦਿਆਰਥੀਓ ਇਸ ਪ੍ਰਸ਼ਨ ਦਾ ਉੱਤਰ ਲਿਖਦੇ ਸਮੇਂ ਬਹੁਤ ਧਿਆਨ ਰੱਖਣਾ ਹੈ। ਇਹ ਪ੍ਰਸ਼ਨ ਅਕਸਰ ਬੋਰਡ ਦੇ ਪੇਪਰਾਂ 'ਚ ਆਉਂਦਾ ਵੀ ਹੈ। ਧਿਆਨ ਕੀ ਰੱਖਣਾ ਹੈ ਕਿ ਕਿਸੇ ਦੇ ਕਹੇ ਹੋਏ ਸ਼ਬਦ ਆਪਾਂ ਬਿਲਕੁਲ ਉਸ ਤਰ੍ਹਾਂ ਲਿਖਣੇ, ਕਿਉਂਕਿ ਜਿਹੜਾ ਉੱਤੇ ਪਹਿਲਾਂ ਤੁਹਾਨੂੰ ਮੈਂ ਪ੍ਰਸ਼ਨ ਕਰਾਇਆ ਉਹਦੇ ਵਿੱਚ ਕੋਈ ਸ਼ਬਦ ਤੁਸੀਂ ਆਪਣੇ ਕੋਲੋਂ ਵੀ ਪਾ ਸਕਦੇ, ਕੋਈ ਗੱਲ ਨਹੀਂ, ਉਸ ਦੇ ਤੁਹਾਨੂੰ ਜ਼ਿਆਦਾ ਨੰਬਰ ਮਿਲਣਗੇ। ਪਰ ਹੁਣ ਇਸ ਵਿੱਚ ਉਹਨੇ ਕੀ ਕਿਹਾ ਹੈ ਵੀ ਆਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ। ਜਿਵੇਂ ਆਪਾਂ ਕੋਈ ਪਰਿਭਾਸ਼ਾ ਕਿਸੇ ਇਨਸਾਨ ਦੀ ਹੈ, ਉਹਨੂੰ ਜਿਉਂ ਦਾ ਤਿਉਂ ਲਿਖਣਾ, ਉਹਦੇ ਵਿੱਚ ਕੁਛ ਵੀ ਨਹੀਂ ਜੋੜਨਾ। ਤਾਂ ਆਪਾਂ ਕੀ ਲਿਖਾਂਗੇ, ਆਸਕਰ ਵਾਈਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ, ਕੌਮਾ, ਇਨਵਰਟਡ ਕੌਮੇ ਸ਼ੁਰੂ, ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਉਹ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ, ਕੌਮੇ ਬੰਦ, ਡੰਡੀ। ਤਾਂ ਜੇ ਇਹ ਪ੍ਰਸ਼ਨ ਪੇਪਰ ਵਿੱਚ ਆਉਂਦਾ ਹੈ ਤਾਂ ਜਿਹੜਾ ਵਿਦਿਆਰਥੀ ਬਿਲਕੁਲ ਇਸ ਤਰ੍ਹਾਂ ਲਿਖੂਗਾ ਉਸਨੂੰ ਪੂਰੇ ਨੰਬਰ ਮਿਲਣੇ। ਜੇ ਇੱਥੇ ਆਪਾਂ ਆਪਦੀ ਵਿੱਚ ਕੋਈ ਗੱਲ ਪਾਤੀ ਕਿਉਂਕਿ ਉਸਦੇ ਕਹੇ ਹੋਏ ਸ਼ਬਦ ਪੁੱਛੇ ਗਏ ਆ, ਤਾਂ ਇਹ ਬਹੁਤ ਧਿਆਨ ਰੱਖਣਾ। ਉਸ ਤੋਂ ਅੱਗੇ ਆਇਆ ਵੀ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ। ਸਿੱਖ ਧਰਮ ਦੇ ਵਿੱਚ ਅਰਦਾਸ ਦੀ ਬਹੁਤ ਮਹੱਤਤਾ ਹੈ। ਸਿੱਖ ਧਰਮ ਵਿੱਚ ਸਿੱਖ ਲਈ ਅਰਦਾਸ ਇੱਕ ਚੜ੍ਹਦੀ ਕਲਾ ਦਾ ਸਾਧਨ ਹੈ। ਸਿੱਖ ਆਪਣੇ ਹਰ ਇੱਕ ਕੰਮ ਦੀ ਸ਼ੁਰੂਆਤ ਅਰਦਾਸ ਤੋਂ ਕਰਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ, ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ, ਅਤੇ ਸਰਬੱਤ ਦੇ ਭਲੇ ਦੇ ਭਾਵ ਅੰਦਰ ਆਉਂਦਿਆਂ ਹੀ ਜਿਹੜੇ ਉਹਦੇ ਨੁਕਸ ਹੈ ਉਹ ਸਾਰੇ ਦੂਰ ਹੋ ਜਾਂਦੇ ਹੈ, ਅਤੇ ਇਸ ਤਰ੍ਹਾਂ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ। ਸਿੱਖ ਅਰਦਾਸ ਰਾਹੀਂ ਹੀ ਇੱਕ ਪੂਰਨ ਅਵਸਥਾ ਪ੍ਰਾਪਤ ਕਰਨ ਦੀ ਮੰਗ ਕਰਦਾ ਹੈ। ਇਸ ਲਈ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਬਹੁਤ ਮਹੱਤਤਾ ਹੈ। ਪ੍ਰਸ਼ਨ ਨੰਬਰ 4 ਆ ਗਿਆ ਜੀ, ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਵਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ। ਪ੍ਰਾਰਥਨਾ ਕਰਨ ਨਾਲ ਕੈਦੀ ਦਾ ਜਿਹੜਾ ਵਿਵਹਾਰ ਸੀ ਉਹ ਬਿਲਕੁਲ ਬਦਲ ਗਿਆ। ਉਹ ਤਾਂ ਆਪਣੇ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਨ ਲੱਗਿਆ, ਆਨੰਦ ਦੇ ਵਿੱਚ ਰਹਿਣ ਲੱਗਿਆ। ਪਰਮਾਤਮਾ ਜਿਸ ਨੂੰ ਕਿ ਪਹਿਲਾਂ ਉਹ ਇੰਨਾ ਕਹਿੰਦਾ ਸੀ ਵੀ ਪਰਮਾਤਮਾ ਮੇਰੇ ਨਾਲ ਐਂ ਕਿਉਂ ਕੀਤਾ, ਪਰਮਾਤਮਾ ਦੇ ਉੱਤੇ ਉਹਦਾ ਬਹੁਤ ਜ਼ਿਆਦਾ ਭਰੋਸਾ ਹੋ ਗਿਆ ਅਤੇ ਉਹਦਾ ਮਨ ਬਹੁਤ ਸ਼ਾਂਤ ਹੋ ਗਿਆ। ਸਾਰਿਆਂ ਦੇ ਨਾਲ ਉਹ ਮਿੱਠਾ ਬੋਲਣ ਲੱਗ ਗਿਆ ਅਤੇ ਉਸ ਦੇ ਵਿਵਹਾਰ ਵਿੱਚ ਜਿਹੜੀ ਬਹੁਤ ਤਬਦੀਲੀ ਆ ਗਈ। ਹੁਣ ਆ ਗਿਆ ਪ੍ਰਸ਼ਨ ਨੰਬਰ 5, ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ਼ ਕਿਉਂ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ਼ ਇਸ ਕਰਕੇ ਕੀਤੀ
ਕਿਉਂਕਿ ਉਹ ਜਦੋਂ ਰੋਹਤਾਸ ਦੇ ਡੇਰੇ ਵਿੱਚ ਆਏ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀ। ਬਹੁਤ ਸਾਰੀਆਂ ਉਹਨਾਂ ਨੇ ਦਵਾਈਆਂ ਵੀ ਲਈਆਂ, ਜਦੋਂ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਉਹਨਾਂ ਨੂੰ ਨੀਂਦ ਆ ਗਈ। ਅਤੇ ਜਦੋਂ ਉਹ ਸਵੇਰੇ ਉੱਠੇ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸ਼ੁਕਰਾਨੇ ਦੇ ਵਜੋਂ ਉਹ ਇੱਕ ਕੈਦੀ ਨੂੰ ਛੁਟਕਾਰਾ ਦੇਣਾ ਚਾਹੁੰਦੇ ਸੀ, ਅਤੇ ਉਹਨਾਂ ਦਾ ਜਿਹੜਾ ਵਜ਼ੀਰ ਧਿਆਨ ਸਿੰਘ ਦੀ ਸਲਾਹ ਮੰਨ ਕੇ ਉਹਨਾਂ ਨੇ ਉਸ ਕੈਦੀ ਦੀ ਸਜ਼ਾ ਹੈ ਜਿਹੜੀ ਮਾਫ਼ ਕਰਤੀ ਸ਼ੁਕਰਾਨੇ ਵਜੋਂ। ਪ੍ਰਸ਼ਨ ਨੰਬਰ 6 ਆ ਗਿਆ, ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ? ਹੁਣ ਕੈਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ ਰਿਹਾਈ ਸਮੇਂ? ਉਹਨੇ ਕਿਹਾ ਵੀ ਮਹਾਰਾਜ ਨੇ ਉਹਨੂੰ ਪਛਾਣ ਲਿਆ ਸੀ ਵੀ ਇਹ ਉਹੀ ਹੈ ਜਿਹਦੇ ਨਾਲ ਮੈਂ ਲੜ ਕੇ ਇਹਨੂੰ ਕੈਦ ਕੀਤਾ। ਤਾਂ ਕੈਦੀ ਨੂੰ ਜਦੋਂ ਪੇਸ਼ ਕੀਤਾ ਜਾਂਦਾ ਤਾਂ ਉਹਦੇ ਵਿਵਹਾਰ ਵਿੱਚ ਤਬਦੀਲੀ ਆ ਚੁੱਕੀ ਹੁੰਦੀ ਹੈ ਅਤੇ ਉਹ ਬੜੀ ਨਿਮਰਤਾ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਹੈ ਕਿ ਉਹਨਾਂ ਦੀ ਕਿਰਪਾ ਨਾਲ ਹੀ ਧਾੜਵੀ ਤੋਂ ਸਰਦਾਰ ਬਣਿਆ ਅਤੇ ਉਹਨਾਂ ਦੀ ਕਿਰਪਾ ਨਾਲ ਹੀ ਕੈਦ ਵਿੱਚ ਰਹਿ ਕੇ ਉਹ ਉਸ ਪਰਮਾਤਮਾ ਦੇ ਨਾਲ ਜੁੜ ਸਕਿਆ। ਉਸ ਨੂੰ ਸੱਚੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹ ਹੁਣ ਪਰਮਾਤਮਾ ਦੇ ਕਹਿੰਦਾ ਮੈਂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮਗਨ ਹੈ, ਮੈਨੂੰ ਬਹੁਤ ਜ਼ਿਆਦਾ ਆਨੰਦ ਮਿਲ ਰਿਹਾ ਹੈ ਅਤੇ ਪਰਮਾਤਮਾ ਦੀ ਦਇਆ ਦੇ ਨਾਲ ਹੀ ਕਹਿੰਦਾ ਅੱਜ ਮੈਨੂੰ ਤੁਹਾਡੀ ਕੈਦ ਤੋਂ ਮੁਕਤੀ ਮਿਲ ਰਹੀ ਹੈ ਅਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਮੈਨੂੰ ਇਸ ਸੰਸਾਰ ਰੂਪੀ ਭਵਜਲ ਤੋਂ ਛੁਟਕਾਰਾ ਮਿਲੇਗਾ। ਪ੍ਰਸ਼ਨ ਨੰਬਰ 7 ਆ ਗਿਆ, ਲੇਖ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ? ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਬਹੁਤ ਚੰਗਾ ਇਨਸਾਨ ਬਣ ਕੇ ਵਿਚਰਨਾ ਚਾਹੀਦਾ। ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਕੇ ਆਪਣੇ ਪਾਪ ਬਖਸ਼ਾ ਕੇ ਅਤੇ ਨਾਮ ਰੂਪੀ ਖਜ਼ਾਨਾ ਆਪਣੇ ਮਨ ਵਿੱਚ ਭਰ ਕੇ ਪਰਮਾਤਮਾ ਦੀ ਦਰਗਾਹ ਵਿੱਚ ਲਿਜਾਣਾ ਚਾਹੀਦਾ ਹੈ ਅਤੇ ਪਰਮਾਤਮਾ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਮੈਨੂੰ ਬੁਰੇ ਕੰਮਾਂ ਤੋਂ ਛੁਟਕਾਰਾ ਮਿਲੇ, ਭਾਵ ਮੈਂ ਇੱਕ ਚੰਗਾ ਇਨਸਾਨ ਬਣ ਸਕਾਂ।